ਜੰਗਲ ਦੇ ਦਰਿੰਦੇ ਜਦੋਂ ਗਲੀਆਂ ਦੇ ਵਿੱਚ ਆ ਜਾਂਦੇ ਨੇ ਨਾ, ਫਿਰ ਉਹ ਆਮ ਬੰਦਿਆਂ ਨੂੰ ਨੁਕਸਾਨ ਪਹੁੰਚਾਉਂਦੇ। ਮਹਿਕਮਾ ਜਿਹੜਾ ਉਸ ਬੀਬੀ ਨੂੰ ਛੱਡਣਾ ਚਾਹੁੰਦਾ ਹੈ, ਪਰ ਇਹ ਅੱਜ ਨਹੀਂ ਛੱਡਣਾ ਚਾਹੁੰਦਾ। ਇਹ ਈਦ ਤੋਂ ਪਹਿਲੇ ਵੀ ਛੱਡਣ ਲੱਗੇ ਸਨ। ਜਦੋਂ ਹੁਣੇ ਬਚ ਗਈ ਤੇ ਹੁਣ ਤੁਸੀਂ ਦੂਜਿਆਂ ਦਾ ਵੀ ਸਿਰ ਲਵੋਗੇ। ਉਹਨਾਂ ਨੇ ਆਪਣੇ ਹੱਥਾਂ ਨਾਲ ਉਹਦਾ ਗਲਾ ਦਬਾਇਆ, ਗਲਾ ਦਬਾ ਕੇ ਉਹਨੂੰ ਮਿੱਟੀ 'ਚ ਦਬਾਇਆ। ਮਹੀਨਾ ਹੋ ਗਿਆ, ਇਹਨਾਂ ਹਾਲੇ ਤੱਕ ਉਹਦੀ ਗ੍ਰਿਫਤਾਰੀ ਨਹੀਂ ਪਾਈ, ਹਾਲੇ ਤੱਕ ਇਹਨਾਂ ਉਹਦਾ ਚਲਾਨ ਨਹੀਂ ਕੀਤਾ, FIR ਕੱਟੀ ਨਹੀਂ ਗਈ। ਜੀ ਤੁਸੀਂ ਜਾ ਕੇ ਜੋ ਹੁੰਦਾ ਮੈਂ ਉਹਨੂੰ ਘਰ ਛੱਡ ਆਇਆ, ਜਾ ਕੇ ਤੁਸੀਂ ਕਰ ਲਵੋ, ਜੋ ਹੁੰਦਾ ਤੁਸੀਂ ਉਹਦਾ ਕਰ ਲਵੋ ਤੇ मैं ਤੁਹਾਡੇ ਤੇ पर्चा दे देंगा। अस्सलाम वालेकुम नाज़रीन, मैं हूं AD मलक और एक बार फिर वांडो में मौजूद हूं। याद होगा आपको कि 1.5 माह पहले 5 साला मासूम ईमान फातिमा को ज़्यादती के बाद उसे कत्ल किया। पुलिस के मुताबिक उसके कातिल जिसने उसको दरिंदगी का निशाना बनाया था, उसको उसी के साथियों ने गोलियां मारकर कत्ल कर दिया था। उस खबीस इंसान का जो इबरतनाक अंजाम था वो भी हमने आपको दिखाया, लेकिन ऐसा क्या हुआ? कानून के रखवालों ने मासूम ईमान फातिमा के कत्ल को किस तरह से नीलाम करना शुरू कर दिया है कि उसके अपने एक बार फिर आप लोगों से मदद की अपील के लिए एक बार फिर आपके सामने मौजूद है। आपने पहले भी बड़ा दबंग किस्म का मौक़िफ़ दिया था जब ये वाक़या हुआ था। अब क्या ऐसी नौबत पेश आ गई है, क्या ऐसा हो गया है कि आप एक बार फिर सरापा एहतजाज हैं और आपको इस सिस्टम से कोई उम्मीद नहीं है कि आपकी बच्ची को इंसाफ मिलेगा? असल जो सारे इस मुल्क का को निज़ाम ऐसा है, ये समझते हैं कि अगर 10 मुलजमान ने, एक मुलजमान नूं सज़ा मिल गई है तो बाकी 9 छड़ देने चाहिए ने। अच्छा, क्योंकि फिर पुलिस ये समझती है कि यार असां अपना काम कर लिया, ठीक है। और ਉਹਦੀ ਵਜ੍ਹਾ ਹੈ ਉਹ ਤੋਂ ਬਾਅਦ ਨਤੀਜਾ ਫਿਰ ਇਹ ਹੁੰਦਾ ਹੈ ਕਿ ਜਦੋਂ ਉਹ ਬਾਕੀ ਦੇ ਮੁਲਜ਼ਮਾਨ ਛੁੱਟ ਕੇ ਵਾਪਸ ਆਬਾਦੀ ਚ ਆਉਂਦੇ ਨੇ ਨਾ, ਜਦੋਂ ਦਰਿੰਦੇ ਜਿਹੜੇ ਨੇ ਉਹ ਵਾਪਸ ਜੰਗਲ ਦੇ ਦਰਿੰਦੇ ਜਦੋਂ ਗਲੀਆਂ ਦੇ ਵਿੱਚ ਆ ਜਾਂਦੇ ਨੇ ਨਾ, ਫਿਰ ਉਹ ਆਮ ਬੰਦਿਆਂ ਨੂੰ ਨੁਕਸਾਨ ਪਹੁੰਚਾਉਂਦੇ ਨੇ। ਜਿਸ ਤਰ੍ਹਾਂ ਕਿ ਹਜ਼ਾਰਾ ਹਰ ਰੋਜ਼ ਜਿਹੜਾ ਹੈ ਪੁਲਿਸ ਫੜ ਲੈਂਦੀ ਸੀ, ਦੂਜੇ ਤੀਸਰੇ ਦਿਨ ਉਹਨੂੰ ਛੱਡ ਦਿੰਦੀ ਸੀ। ਆਸਤਾ 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 ਰੋਜ਼ ਜਾਣਾ ਰੋਜ਼ ਆਣਾ। ਔਰ ਉਹਦੀ ਵਾਲਦਾ ਜਿਹੜੀ ਮੈਰੀਨ ਹੈ, ਜਿਹੜੀ ਤੁਸੀਂ ਤਫਤੀਸ਼ ਕਰ ਸਕਦੇ ਹੋ, ਇਨਕੁਆਇਰੀ ਕਰ ਸਕਦੇ ਹੋ ਉਹਦਾ ਕਰੈਕਟਰ ਕੀ ਹੈ। ਉਹ ਇੱਕ ਬੜੀ ਬਾ ਅਸਰ और बड़ी क्रिमिनल औरत है, एक खातून हो के, एक खातून हो के बड़ी एक क्रिमिनल औरत है। ਉਹ ਮਸਲਾ ਛੱਡਦੀ ਸੀ ਤੁਹਾਡਾ ਜਵਾਈ ਆ ਗਿਆ, ਜਾ ਕੇ ਉਹਨੂੰ ਪੁੱਛ ਲਓ। ਜਿਹੜਾ ਉਹਦੇ ਬੇਟੇ ਦੇ ਖਿਲਾਫ ਕੋਈ ਦਰਖਾਸਤ ਦਿੰਦਾ ਸੀ, ਉਹਨੇ ਤੁਹਾਡਾ ਜਵਾਈ ਆ ਗਿਆ, ਕਿਉਂਕਿ ਉਹਦਾ ਅਸਰ ਸੀ, ਪੁਲਿਸ ਵਾਲੇ ਨੂੰ ਛੱਡ ਦਿੰਦੇ ਸਨ। ਉਹਨੇ ਤੁਹਾਡਾ ਜਵਾਈ ਆ ਗਿਆ, ਜੋ ਹੁੰਦਾ ਜੇ ਕਰ ਲਵੋ। ਜਦੋਂ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਨੇ, ਉਹ ਬੱਚਾ ਹਜ਼ਾਰਾ ਜਿਹੜਾ ਮਾਂ ਦੇ ਪੇਟ ਚੋਂ ਕੋਈ ਬੰਦਾ ਮੁਜਰਮ ਪੈਦਾ ਨਹੀਂ ਹੁੰਦਾ। ਇਹ ਜਦੋਂ ਮੁਜਰਮ ਬਣਦੇ ਨੇ ਨਾ, ਇਹਨੂੰ ਮੁਆਸ਼ਰਾ, ਇਹਨੂੰ ਫੈਮਿਲੀ ਔਰ ਰਹੀ ਸਹੀ ਕਸਰ ਜਿਹੜੀ ਹੈ, ਜਿਹੜੀ 90% ਜਿਹੜੀ ਕਸਰ ਹੈ, ਉਹ ਪੁਲਿਸ ਪੂਰੀ ਕਰ ਛੱਡਦੀ ਹੈ। ਕਿਉਂਕਿ ਜਦੋਂ ਮੁਜਰਮ ਨੂੰ ਤੁਸੀਂ ਫੜਦੇ ਹੋ ਤੇ ਆਖਦੇ ਹੋ ਤੁਸੀਂ ਇਹਦਾ ID ਕਾਰਡ ਨਹੀਂ ਹੈ ਤੇ ਜਾ ਵੀ ਫੇਰ ਕਰ ਰਹਾ ਜੁਰਮ ਜਾ ਕੇ, ਤੇ ਫਿਰ ਵੇਖੋ ਵੱਧਦਾ ਫਿਰ ਉਹ ਮੁਜਰਮ ਤੇ ਬਣੇਗਾ। ਔਰ ਮਸਲਨ ਉਹ ਹਜ਼ਾਰਾ ਜਿਹੜਾ ਸੀ ਦਰਿੰਦਾ, ਜਿਨੇ ਈਮਾਨ ਫਾਤਿਮਾ ਬੱਚੀ ਦੇ ਨਾਲ ਐਡਾ ਸੰਗੀਨ ਜ਼ੁਲਮ ਕਰਨ ਤੋਂ ਬਾਅਦ ਉਹਨੂੰ ਦਫਨਾ ਦਿੱਤਾ, ਔਰ ਖਾਲੀ ਉਹਨੇ ਅਕੇਲੇ ਨਹੀਂ, ਇਹਦੇ ਵਿੱਚ ਜਦੋਂ ਉਹਦੀ ਵਾਲਦਾ ਨੂੰ ਪਤਾ ਲੱਗਾ ਕਿ ਮੇਰੀ ਬੇਟੇ ਨੇ ਮੇਰੇ ਨੇ ਉਸ ਬੱਚੀ ਦੇ ਨਾਲ ਰੇਪ ਕੀਤਾ, ਔਰ ਉਹਨੂੰ ਫਿਰ ਆਪਣੇ ਬੱਚੇ ਨੂੰ ਬਚਾਉਣ ਵਾਸਤੇ ਉਹਨੇ ਉਹ ਬੱਚੀ ਦੇ ਜਿਹੜੀ ਕੋਈ ਜ਼ਿੰਦਾ ਚਾਰ ਸਾਮਾ ਹੈ ਸਨ, ਉਹ ਵੀ ਉਹਨੇ ਆਖਿਆ ਵੇਖ ਕੰਜਰੋ ਹੋਣੇ ਬਚ ਗਈ ਤੇ ਹੁਣ ਤੁਸੀਂ ਦੂਜਿਆਂ ਦਾ ਵੀ ਸਿਰ ਲਵੋਗੇ। ਉਹਨਾਂ ਨੇ ਆਪਣੇ ਹੱਥਾਂ ਨਾਲ ਉਹਦਾ ਗਲਾ ਦਬਾਇਆ, ਗਲਾ ਦਬਾ ਕੇ ਉਹਨੂੰ ਮਿੱਟੀ 'ਚ ਦਬਾਇਆ। ਔਰ ਅਸੀਂ ਹੁਣ ਨਾ ਲਈਏ, ਹਰ ਬੰਦਾ 302 ਦੇ ਵਿੱਚ ਤੁਹਾਨੂੰ ਪਤਾ ਗਵਾਹੀ ਨਹੀਂ ਦਿੰਦਾ। ਮਹਿਰੀਨ ਨੇ ਗਲਾ ਦਬਾਇਆ ਸੀ ਜਦੋਂ ਉਹਦੀਆਂ ਸਾਂਸਾਂ ਬੱਚੀਆਂ ਸੀ, ਜਿਹੜੀ ਸਾਂਸਾਂ ਬੱਚੀਆਂ ਹਨ, ਇਹ ਮਹਿਰੀਨ ਨੇ ਦਬਾਇਆ। ਅਗਰ ਕਿਸੇ ਨੂੰ ਯਕੀਨ ਨਹੀਂ ਹੁੰਦਾ, ਮਹਿਰੀਨ ਦੀ ਜਿਹੜੀ ਦੂਸਰੀ ਨੂੰਹ ਹੈ, ਉਹਦੀ ਦੂਸਰੇ ਬੇਟੇ ਦੀ ਬੀਵੀ ਹੈ, ਉਹਦਾ ਨਾਮ ਮੇਰੇ ਜ਼ਿਹਨ 'ਚ ਨਹੀਂ ਰਿਹਾ, ਉਹ ਵੀ ਇਸ ਟਾਈਮ ਫਰਾਰ ਹੈ। ਉਹਨੂੰ ਬੁਲਾ ਕੇ ਪੁੱਛਿਆ ਜਾਏ, ਕਿਉਂਕਿ ਇਹ ਸਾਰਾ ਵਾਕਿਆ ਅਗਰ ਦੱਸਿਆ ਤਾਂ ਉਸ ਮਹਿਰੀਨ ਨੇ ਦੱਸਿਆ ਸਾਰਿਆਂ ਨੂੰ। ਮੈਂ ਅੱਜ ਓਪਨ ਕਰ ਦਿਆਂ ਗੱਲ। ਅਗਰ ਇਹ ਵਕੂਆ ਜਿਹੜਾ ਸਾਡੇ ਤੱਕ ਪਹੁੰਚਿਆ, ਇਹ ਉਸ ਮਹਿਰੀਨ ਦੀ ਜਿਹੜੀ ਦੂਸਰੀ ਬੀਵੀ ਸੀ ਨਾ, ਆਪਣਾ ਉਹਦੇ ਬੇਟੇ ਦੀ ਜਿਹੜੀ ਬਹੂ ਸੀ, ਇਹ ਸਾਰਾ ਵਾਕਿਆ ਉਹਨੇ ਦੱਸਿਆ ਆਪਣੇ ਗੁੱਸੇ 'ਚ, ਕਿਉਂਕਿ ਉਹਦੀ ਬੱਚੀਆਂ ਦੇ ਨਾਲ ਵੀ ਇਹਨੇ ਰੇਪ ਕਰਨ ਦੀ ਕੋਸ਼ਿਸ਼ ਕੀਤੀ ਸੀ ਜਾ ਰਹੇ ਨੇ। ਉਹਦੀ ਉਹ ਫਿਰ ਕਿਉਂ ਫਰਾਰ ਹੈਗੀ? ਉਹਨੇ ਤੇ ਕਾਨੂੰਨ ਦੀ ਮਦਦ ਕੀਤੀ, ਬਲਕਿ ਤੁਹਾਡੀ ਵੀ ਮਦਦ ਕੀਤੀ ਜੇ। ਸਾਡੀ ਉਹਨੇ ਮਦਦ ਕੀਤੀ, ਲੇਕਿਨ ਗੱਲ ਇਹ ਵੇ ਕਿ ਹੁਣ ਉਹਦਾ ਜਿਹੜਾ ਖਾਮੰਦ ਹੈ ਉਹ ਤੇ ਨਹੀਂ ਚਾਹੁੰਦਾ ਕਿ ਮੇਰੀ ਮਾਂ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੋਵੇ। ਇਸ ਵਾਸਤੇ ਅੰਡਰਗਰਾਉਂਡ ਨੇ ਔਰ ਗਾਇਬ ਨੇ। ਇਸੇ ਤਰ੍ਹਾਂ ਹੁਣ ਕੱਲ ਜਦੋਂ ਸਾਨੂੰ ਪਤਾ ਲੱਗਾ ਜੀ ਮਰੀਨ ਦੀ ਤਬੀਅਤ ਬਹੁਤ ਖਰਾਬ ਹੋ ਗਈ, ਮਰਨ ਵਾਲੀ ਹੋ ਗਈ ਹੈ, ਯਾਨੀ ਕਿ ਇੱਕਦਮ ਹੀ ਬੜੀ ਸੀਰੀਅਸ ਕਿਸਮ ਦੀ ਬਿਮਾਰੀਆਂ, ਬ੍ਰੇਨ ਹੈਮਰੇਜ, ਉਸ ਤੋਂ ਬਾਅਦ ਉਹਨੂੰ ਹਾਰਟ ਅਟੈਕ ਵੀ ਹੋ ਗਿਆ, ਉਸ ਤੋਂ ਬਾਅਦ ਜਨਾਬ ਉਹਦੀ ਰਸੂਲੀਆਂ ਵੀ ਫਟ ਗਈਆਂ, ਉਸ ਤੋਂ ਬਾਅਦ ਖੂਨ ਦੀਆਂ ਉਲਟੀਆਂ। ਇੰਨੀਆਂ ਬਿਮਾਰੀਆਂ ਮਹਿਰੀਨ ਦੀਆਂ ਤੁਹਾਨੂੰ ਕਿਵੇਂ ਪਤਾ ਚੱਲਿਆ? ਇਹ ਸਾਨੂੰ ਇੰਜ ਪਤਾ ਲੱਗਾ ਕਿ ਸਿਆਸੀ ਬੰਦੇ ਨੇ ਫੋਨ ਕਰਕੇ ਆਖਿਆ ਕਿ ਯਾਰ ਇੰਜ ਕਰਕੇ ਮਾਮਲਾ। ਔਰ ਮੈਂ ਗੱਲ ਫਿਰ ਆਖੀ ਹੈ ਕਿ ਵੇਖੋ ਗੱਲ ਇਹ ਵੇ, ਅਗਰ ਇੱਕ ਮੁਜਰਮ ਹੈ ਉਹ ਬਿਮਾਰ ਹੋ ਜਾਂਦਾ, ਪਹਿਲੇ ਨੰਬਰ ਤੇ ਇੰਨਾ ਸੀਰੀਅਸ ਅਟੈਕ ਉਹਨੂੰ ਹੋਏ ਕੋਈ ਨਹੀਂ, ਕਿਉਂਕਿ ਮੈਂ ਇਹ ਗੱਲ ਜਾ ਕੇ ਹਸਪੀਟਲ ਚੋਂ ਮੌਕੇ ਦੇ ਉੱਤੇ ਜਾ ਕੇ
ਰਾਣਾ ਅਸਲਮ ਸਾਹਿਬ ਡਿਸਪੈਂਸਰ ਨੇ, ਉਹਨਾਂ ਦੀ ਮੇਰੇ ਕੋਲ ਰਿਕਾਰਡਿੰਗ ਵੀ ਹੈ। ਤੇ ਉਹ ਮੈਂ ਜਾ ਕੇ ਉਹਨਾਂ ਨੂੰ ਪੁੱਛਿਆ, ਉਹਨੇ ਆਖਿਆ ਯਾਰ ਹਾਂ ਨੋਸਫਾ ਜਿਹੜਾ ਇੱਕ ਇੰਜੈਕਸ਼ਨ ਮੈਦੇ ਦਾ ਲਿਖ ਕੇ ਦਿੱਤਾ ਕਿ ਇਹਨੂੰ ਮੈਦੇ ਦੀ ਥੋੜੀ ਤਕਲੀਫ ਹੈ, ਇਹਨੂੰ ਜਾ ਕੇ ਤੇ ਉਹ ਨੋਸਫਾ ਇੰਜੈਕਸ਼ਨ ਲਾ ਦਿਓ, ਅਦਰਵਾਈਜ਼ ਉਹਦਾ ਬੀਪੀ ਠੀਕ ਹੈ, ਉਹਦੇ ਬਾਕੀ ਸਾਰੇ ਮਾਮਲੇ ਠੀਕ ਨੇ। ਤੇ ਫਿਰ ਇਹ ਬਿਮਾਰੀਆਂ ਦੱਸਣਾ ਜਾਂ ਫਿਰ ਇਹਨਾਂ ਬਿਮਾਰੀਆਂ ਨੂੰ ਵਾਇਰਲ ਕਰਨ ਦਾ ਮਕਸਦ ਕੀ ਸੀ? ਮਕਸਦ ਵੇਖੋ ਜੀ, ਹੁਣ ਅਸੀਂ ਮਤਲਬ ਐਡੀ ਇਹਨਾਂ ਗੱਲਾਂ ਨੂੰ ਸਮਝਦੇ ਨਹੀਂ ਸਾਂ, ਲੇਕਿਨ ਫਿਰ ਵਕਤ ਦੇ ਨਾਲ ਨਾਲ ਸਾਡੀ ਸਮਝ ਆ ਜਾਂਦੀਆਂ ਨੇ ਕਿ ਵੇਖੋ ਜਿਹੜੇ ਨੇ ਮਹਿਕਮਾ ਜਿਹੜਾ ਉਸ ਬੀਬੀ ਨੂੰ ਛੱਡਣਾ ਚਾਹੁੰਦਾ ਹੈ, ਪਰ ਇਹ ਅੱਜ ਨਹੀਂ ਛੱਡਣਾ ਚਾਹੁੰਦਾ, ਇਹ ਈਦ ਤੋਂ ਪਹਿਲੇ ਵੀ ਛੱਡਣ ਲੱਗੇ ਸਨ। ਲੇਕਿਨ ਅਸਾਂ ਬੜੀ ਮੁਸ਼ਕਲ ਐਸਪੀ ਸਾਹਿਬ ਨਾਲ ਰਾਬਤਾ ਕਰਕੇ, ਸ਼ਾਹਦ ਵਡਾਈ ਸਾਹਿਬ ਨੇ ਉਹਨਾਂ ਨਾਲ ਰਾਬਤਾ ਕੀਤਾ, ਉਹਨਾਂ ਨੇ ਆਖਿਆ ਕਿ ਚਲੋ ਠੀਕ ਹੈ, ਅਗਰ ਮੁਲਜ਼ਮ ਹੈ ਤੇ ਅਸੀਂ ਉਹਨੂੰ ਨਹੀਂ ਛੱਡਦੇ। ਉਹ ਉਸ ਟਾਈਮ ਜਿਹੜਾ ਨਾ ਦਬਦਬਾ ਹੋ ਗਿਆ। ਹੁਣ ਕੀ ਉਹਦਾ ਸਟੇਟਸ ਹੈ ਕਿ ਮੁਲਜ਼ਮਾਂ ਵੀ ਪੁਲਿਸ ਦੀ ਹਿਰਾਸਤ ਦੇ ਵਿੱਚ ਜਾਂ ਛੱਡ ਦਿੱਤਾ ਗਿਆ? ਦੇਖੋ ਜੀ, ਸਾਨੂੰ ਤੇ ਐਸਪੀ ਸਾਹਿਬ ਨੇ ਕੱਲ ਇਹ ਕਿਹਾ ਕਿ ਮੈਂ ਮੁਲਜ਼ਮਾਂ ਨੂੰ ਛੱਡ ਦਿੱਤਾ। ਅੱਛਾ। ਔਰ ਮੈਂ ਜਦੋਂ ਉਹਨਾਂ ਨੂੰ ਆਖਿਆ ਕਿ ਤੁਸੀਂ ਸਾਡੀ ਮੁਲਜ਼ਮਾਂ ਨੂੰ ਕਿਉਂ ਛੱਡਿਆ, ਥਾਣੇ ਵਾਂਡੋ ਦੇ ਜਿਹੜੇ ਐਸਐਚਓ ਸਾਹਿਬ ਨੇ ਉਹਨਾਂ ਨੇ ਕਿਹਾ, ਰਾਣਾ ਸਰਵਰ ਸਾਹਿਬ ਨੇ, ਉਹਨਾਂ ਆਖਿਆ ਜੀ ਮੈਂ ਉਹਨੂੰ ਛੱਡ ਦਿੱਤਾ ਔਰ ਮੈਂ ਉਹਨੂੰ ਉਹਦੇ ਘਰ ਛੱਡ ਆਇਆ। ਕਿਸ ਵਜ੍ਹਾ ਤੋਂ ਛੱਡਿਆ ਤੁਸੀਂ ਪੁੱਛਿਆ ਸੀ? ਹਾਂਜੀ ਪੁੱਛਿਆ, ਉਹਨੇ ਆਖਿਆ ਜੀ ਬਹੁਤ ਸੀਰੀਅਸ ਹਾਲਤ ਹੈ ਔਰ ਅਸੀਂ ਉਹਨਾਂ ਦਾ ਉਹ ਅਗਰ ਮਰ ਗਈ ਤੇ ਮੈਂ ਉਹਨੂੰ ਆਪਣੇ ਉੱਤੇ ਨਹੀਂ ਲੈ ਸਕਦਾ। ਲੇਕਿਨ 1.5 ਮਹੀਨਾ ਹੋ ਗਿਆ ਸੀ ਇਹ ਮੁਕੱਦਮਾ ਦਰਜ ਹੋਇਆ ਔਰ ਇਸ ਖਾਤੂਨ ਨੂੰ ਗ੍ਰਿਫਤਾਰ ਹੋਇਆ, ਤੇ ਇਹਨਾਂ ਨੇ ਆਪਣੇ ਕੋਲ ਕਿਉਂ ਰੱਖਿਆ ਸੀ? ਇਹਨੂੰ ਤੇ ਜੁਡੀਸ਼ੀਅਲ ਕਰ ਦੇਣਾ ਚਾਹੀਦਾ ਸੀ ਜੀ। 1.5 ਮਹੀਨਾ ਹੋ ਗਿਆ, ਇਹਨਾਂ ਹਾਲੇ ਤੱਕ ਉਹਦੀ ਗ੍ਰਿਫਤਾਰੀ ਨਹੀਂ ਪਾਈ, ਹਾਲੇ ਤੱਕ ਇਹਨਾਂ ਉਹਦਾ ਚਲਾਨ ਨਹੀਂ ਕੀਤਾ, FIR ਕੱਟੀ ਨਹੀਂ ਗਈ। ਅੱਛਾ, ਇਹਦੇ ਖਿਲਾਫ? ਹਾਂਜੀ, ਮਰੀਨ ਦੇ, ਕਿਉਂਕਿ ਉਹ ਬਾਸ ਹੈ ਨਾ, ਉਹ ਉੱਥੇ ਥਾਣੇ ਦੇ ਵਿੱਚ ਬਹਿ ਕੇ ਫੋਨ ਕਰਦੀ ਏ, ਅਗਰ ਕੋਈ ਇਸ ਕਿਸਮ ਦਾ ਮਾਮਲਾ ਉਹਦਾ ਥਾਣੇ ਦੇ ਵਿੱਚੋਂ ਉਹ ਫੋਨ ਕਰਦੀ ਏ ਬਾਹਰ ਬੰਦਿਆਂ ਨੂੰ, ਉਹਦਾ ਪੂਰਾ ਨੈਟਵਰਕ ਹੈ ਔਰ ਉਹਦਾ ਪੂਰਾ ਰਾਬਤਾ ਹੈ। ਜਿਸ ਤਰ੍ਹਾਂ ਕੋਈ ਬੜਾ ਡਾਊਨ ਬੰਦਾ ਥਾਣੇ 'ਚ ਬਹਿ ਕੇ ਫੋਨ ਕਰਦਾ ਨਾ, ਆਪਣੇ ਕੰਮ ਲੈਂਦਾ ਬਾਸ ਸਰ, ਇਸੇ ਤਰ੍ਹਾਂ ਮਰੀਨ ਜਿਹੜੀ ਹੈ ਇਹ ਥਾਣੇ ਬਹਿ ਕੇ ਮੁਖਤਲਿਫ ਲੋਕਾਂ ਨੂੰ ਫੋਨ ਕਰਦੀ ਹੈ। ਅਗਰ ਮੇਰੀ ਗੱਲ ਤੇ ਇਤਬਾਰ ਨਾ ਆਵੇ, ਤੁਸੀਂ ਥਾਣੇ ਦੀ ਲੋਕੇਸ਼ਨ ਕਢਾ ਕੇ ਵੇਖੋ। ਅੱਛਾ, ਜਦੋਂ ਐਸਐਚਓ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਅਸੀਂ ਨੂੰ ਛੱਡਣ ਲੱਗੇ ਆ, ਤੇ ਫਿਰ ਤੁਸੀਂ ਐਸਐਚਓ ਨੂੰ ਪੁੱਛਿਆ ਨਹੀਂ ਕਿ ਤੁਸੀਂ ਛੱਡੋਗੇ ਜਾਂ ਫਿਰ ਅਗਰ ਤੁਸੀਂ ਛੱਡ ਦਿੰਦੇ ਹੋ ਤਾਂ ਅਸੀਂ ਅਗਲਾ ਦਰਵਾਜ਼ਾ ਜਿਹੜਾ ਹੈਗਾ ਨਾ ਉਹ ਪ੍ਰਾਈਵੇਟ ਕੰਪਲੇਨ ਅਸੀਂ ਹਾਈ ਕੋਰਟ ਦੇ ਵਿੱਚ ਦਰਜ ਕਰਾਂਗੇ, ਤੁਸੀਂ ਕਿਵੇਂ ਛੱਡ ਸਕਦੇ ਹੋ? ਵੇਖੋ ਜੀ, ਜਿਵੇਂ ਤੁਸੀਂ ਕਹਿ ਰਹੇ ਹੋ ਨਾ ਕਿ ਬੜਾ ਦਬੰਗ ਕਿਸਮ ਦਾ ਇੰਟਰਵਿਊ ਦੇ ਰਿਹਾ, ਇਸੇ ਤਰ੍ਹਾਂ ਐਸਐਚਓ ਸਾਹਿਬ ਨੇ ਵੀ ਮੈਨੂੰ ਬੜਾ ਦਬੰਗ ਕਿਸਮ ਦੇ ਜਵਾਬਾਂ ਦਿੱਤੇ ਨੇ। ਉਹਨੇ ਆਖਿਆ ਗੱਲ ਇਹ ਵੇ ਕਿ ਉਹ ਬਿਮਾਰ ਹੈ, ਅੱਛਾ, ਅਸੀਂ ਉਹਨੂੰ ਇੱਥੇ ਰੱਖ ਕੇ ਆਪਣੇ ਉੱਤੇ ਕੇਸ ਪਵਾ ਲਈਏ। ਮੈਂ ਆਖਿਆ ਜੀ ਤੁਸੀਂ ਕੇਸ ਕਿਉਂ ਪਵਾਉਂਦੇ ਹੋ, ਤੁਸੀਂ FIR ਕਰੋ। ਤੇ ਉਹਨੇ FIR ਜੁਡੀਸ਼ੀਅਲ ਕਰਕੇ ਤੁਸੀਂ ਸਿਵਲ ਹਸਪੀਟਲ ਗੁਜਰਾਲੇ ਰੈਫਰ ਕੋ ਦਾ ਇਲਾਜ ਕਰਾਓ। ਅਗਰ ਮਹਿਕਮੇ ਦੇ ਵਿੱਚ ਬੰਦੇ ਮਰ ਵੀ ਜਾਂਦੇ ਨੇ, ਜੇਲ੍ਹ ਦੇ ਵਿੱਚ ਹਸਪੀਟਲ ਵੀ ਤੇ ਮੌਜੂਦ ਨੇ, ਜੇਲ੍ਹ ਦੇ ਵਿੱਚ ਹਸਪੀਟਲ ਮੌਜੂਦ ਨੇ, ਤੁਸੀਂ ਉਹਨਾਂ ਨੂੰ ਭੇਜੋ। ਉਹਨੇ ਆਖਿਆ ਨਹੀਂ ਜੀ ਨਹੀਂ, ਅਸੀਂ ਇਹ ਕੰਮ ਨਹੀਂ ਕਰਨਾ, ਅਸੀਂ ਆਪਣੇ ਉੱਤੇ ਨਹੀਂ ਪਾਣਾ। ਅੱਛਾ, ਅਸੀਂ ਉਹਨੂੰ ਛੱਡ ਦਿੱਤਾ। ਤੇ ਜਦੋਂ ਮੈਂ ਥੋੜਾ ਜਿਹਾ ਆਪਣਾ ਮੌਕਫ ਸਖਤ ਕੀਤਾ, ਜੀ ਐਸਐਚਓ ਸਾਹਿਬ ਜਨਾਬ ਇਸ ਤਰ੍ਹਾਂ ਨਾ ਕਰੋ, ਸਾਡੇ ਨਾਲ ਜ਼ੁਲਮ ਨਾ ਕਰੋ, ਉਹਨੇ ਆਖਿਆ ਮੈਂ ਉਹਨਾਂ ਦੇ ਘਰ ਛੱਡ ਆਇਆ, ਤੁਹਾਡੇ ਕੋਲ ਜੋ ਹੁੰਦਾ ਜਾ ਕੇ ਕਰ ਲਵੋ। ਐਸਐਚਓ ਨੇ ਤੁਹਾਨੂੰ ਜਵਾਬ ਨਹੀਂ ਦਿੱਤਾ, ਬਲਕਿ ਸਿੱਧੀ ਖੁੱਲੀ ਧਮਕੀ ਲਗਾਈ। ਉਹਨੇ ਆਖਿਆ ਜੀ ਤੁਸੀਂ ਜਾ ਕੇ ਜੋ ਹੁੰਦਾ ਮੈਂ ਉਹਨੂੰ ਘਰ ਛੱਡ ਆਇਆ, ਜਾ ਕੇ ਤੁਸੀਂ ਕਰ ਲਵੋ, ਜੋ ਹੁੰਦਾ ਤੁਸੀਂ ਉਹਦਾ ਕਰ ਲਵੋ, ਤੇ ਮੈਂ ਤੁਹਾਡੇ ਤੇ ਪਰਚਾ ਦੇ ਦਿਆਂਗਾ। ਐਸਐਚਓ ਕਹਿੰਦਾ ਤੁਹਾਨੂੰ ਕਹਿ ਰਿਹਾ ਕਿ ਤੁਹਾਡੇ ਤੇ ਪਰਚਾ ਦੇਵਾਂਗਾ, ਮੈਂ ਤੁਹਾਡੇ ਤੇ ਪਰਚਾ ਦੇ ਦਿਆਂਗਾ, ਤੁਹਾਡੇ ਕੋਲ ਜੋ ਹੁੰਦਾ ਜਾ ਕੇ ਉਹਦੇ ਘਰ ਜਾ ਕੇ ਤੇ ਕਰ ਲਵੋ। ਠੀਕ ਹੈ, ਵੇਖੋ ਜੀ ਉਹ ਮੈਨੂੰ ਉਭਾਰ ਰਹੇ ਨੇ ਕਿ ਮੈਂ ਜਾ ਕੇ ਮੈਰੂਨ ਨੂੰ ਮਾਰਾਂ, ਉਹਦੀ ਹੱਡੀ ਪਸਲੀ ਤੋੜਦਾ। ਤੁਸੀਂ ਇਸ ਰਵਈਏ ਦੇ ਮੁਤਲਕ ਤੁਸੀਂ ਇਸ ਐਸਐਚਓ ਦੇ ਖਿਲਾਫ ਕਿਉਂ ਨਹੀਂ ਐਪਲੀਕੇਸ਼ਨ ਦਿੰਦੇ ਵੀ ਇਹਦੇ ਮਹਿਕਮੇ ਦੇ ਵਿੱਚ? ਸਰ ਅਸੀਂ ਅੱਜ ਮੇਰੇ ਭਾਈ ਔਰ ਦੂਸਰੇ ਜਿਹੜੇ ਸ਼ਕੂਰ ਸਾਹਿਬ ਨੇ ਮੁਦਈ ਨੇ ਇਸ ਮੁਕਦਮੇ ਦੇ, ਉਹ ਸੀਪੀਓ ਸਾਹਿਬ ਕੋ ਗਏ ਨੇ, ਲੇਕਿਨ ਮੈਨੂੰ ਹੁਣ ਕਾਲ ਆਈ ਉਹਨਾਂ ਦੀ ਕਿ ਸੀਪੀਓ ਸਾਹਿਬ ਛੁੱਟੀ ਤੇ ਨੇ। ਤੇ ਮੈਂ ਕਿਹਾ ਚਲੋ ਤੁਸੀਂ ਐਸਪੀ ਸਾਹਿਬ ਨੂੰ ਮਿਲ ਲਵੋ, ਕਿਉਂਕਿ ਐਸਪੀ ਸਾਹਿਬ ਇੱਕ ਹਮਦਰਦ ਇਨਸਾਨ ਨੇ ਔਰ ਮੈਂ ਸਮਝਣਾ ਕੋਈ ਅਫਸਰ ਬਾਪ ਦੀ ਤਰ੍ਹਾਂ ਹੁੰਦਾ। ਉਹਨੂੰ ਫਿਰ ਇਹੋ ਜਿਹੇ ਅਫਸਰ ਨੂੰ ਕਿਉਂ ਇੱਥੇ ਤਾਇਨਾਤ ਕਰ ਦਿੱਤਾ ਗਿਆ? ਜੀ ਇਸ ਤੋਂ